ਕੰਗ੍ਰੈਚੁਲੇਸ਼ਨਸ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ सर ਦਾ भी वेलकम ਆ ਸਾਡੇ ਪੰਜਾਬ ਤੇ मेरे वाली गड्डी ਤੇ फिर ਅੱਜ ਤੁਸੀਂ ਕੀ करके देने लगे हो। So, जब गाड़ी का पेंट होता है और कभी आप माइक्रोस्कोप से देखोगे तो इसके अंदर पोर्स होते हैं छोटे छोटे। ठीक है, वो पोर्स इसको रफ बनाते हैं, इसलिए इस पे जल्दी मिट्टी चिपकती है और सारी चीजें होती हैं। ਇਹਦੇ ਵਿੱਚ ਕੋਟਿੰग्स ਫਿਰ ਇਸ ਟਾਈਮ ਆਪਣੇ ਕੋਲ ਕਿਹੜੇ-ਕਿਹੜੇ ਤਰ੍ਹਾਂ ਦੀਆਂ ਅਵੇਲੇਬਲ ਨੇ ਲਾਈਕ ਕਿਦਾਂ। तो गाड़ी 10 से 15% कम गर्म होती है। तो कभी कभी अगर आपने देखा हो पुरानी गाड़ियों में कि वो फेडिंग इश्यूज आते हैं, रंग उड़ जाते हैं गाड़ियों के, वो प्रॉब्लम सॉल्व हो जाती ਚਲੋ ਸੋਲਵ ਹੋ ਤੇ ਇਹਦੀ ਲਾਈਫ ਕਿੰਨੀ ਕੁ ਹੁੰਦੀ ਹੈ ਵੈਸੇ है। ਕੋਟਿੰਗ तो अगर हम बिकॉज दिस इज 10H कोटिंग तो इसे ਇੱਥੇ ਪੀਪੀਐਫ ਕਿਉਂ ਨਹੀਂ ਸੁਜੈਸਟ ਕਰਦੇ ਤੁਸੀਂ ਵਾਈਟ ਕਲਰ ਦੇ। देखो ਪੀਪੀਐਫ ਜਿਹੜੀਆਂ ਨੇ ਪੀਪੀਐਫ ਕਿੰਨੇ ਤਰ੍ਹਾਂ ਦੀ ਫਿਰ ਆਪਣੇ ਕੋਲ ਅਵੇਲੇਬਲ ਹੈ। PPF हमारे पास स्टार्ट हो जाती है। सो वी एज अ ब्रांड ओनली डू TPU। ਜਦੋਂ ਇਹਨੂੰ ਲਾਉਣਾ ਪੈਂਦਾ ਹੈ ਜਾਂ ਕੁਝ ਵੀ ਉਦੋਂ ਗਮ ਛੱਡਦੀ ਹੈ ਜਾਂ ਲੱਥ ਜਾਂਦੀ ਹੈ ਪੇਂਟ ਤੇ ਨਹੀਂ ਲਾ ਦਿੰਦੀ ਨਾਲੋਂ, ਕਿਉਂਕਿ ਗੱਡੀਆਂ ਪੰਜਾਬ 'ਚ ਮੈਂ ਮੰਨਦਾ ਕਿ ਉਹ ਇੱਕ ਜਾਨ ਹੈ ਸਾਰਿਆਂ ਦੀ। और अभी हमारे 20+ स्टोर्स हैं। सो अगर आपके रेफरेंस से कोई कस्टमर हमारे पास आएंगे तो हम फर्स्ट 20 कार्स को फ्लैट 20% ऑफ देंगे। ਲੋ ਵੀ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਅੰਮ੍ਰਿਤਸਰ ਤੇ ਅੱਜ ਅੰਮ੍ਰਿਤਸਰ ਕਿਉਂ ਆਏ ਆ, ਅੱਜ ਆਏ ਆ ਬਈ ਡਿਟੇਲਿੰਗ ਬੁੱਲ ਦੀ ਇੱਥੇ ਹੋ ਰਹੀ ਆ ਓਪਨਿੰਗ। ਹਾਂਜੀ ਵੀ ਦੋਸਤੋ ਕੀ ਹਾਲ ਚਾਲ ਹੈ, ਉਮੀਦ ਆ ਸਾਰੇ ਵਧੀਆ ਹੋਣਗੇ। ਮੈਂ ਹੈਗਾ ਦਿਆਕਰਨ, ਤੁਸੀਂ ਦੇਖ ਰਹੇ ਹੋ ਦਿਆਕਰਨ ਵਲੌਗਸ। ਜਿਵੇਂ ਕਿ ਤੁਹਾਡੇ ਵਾਸਤੇ ਮੈਂ ਬਹੁਤ ਸਾਰੇ ਟਰੈਵਲ ਵਲੌਗਸ, ਆਟੋਮੋਬਾਈਲ ਵਲੌਗਸ ਤੇ ਨਵੇਂ ਕਾਰ ਲਾਂਚ ਲੈ ਕੇ ਆਉਂਦਾ ਰਹਿਣਾ ਤੇ ਕੁਝ ਸਟੋਰ ਓਪਨਿੰਗਸ ਵੀ ਅੱਜਕੱਲ ਆਪਾਂ ਸ਼ੁਰੂ ਕੀਤੀਆਂ ਨੇ। ਤੇ ਅੱਜ ਵੀ ਆਪਾਂ ਚੱਲੇ ਆ ਡਿਟੇਲਿੰਗ ਬੁੱਲ, ਇੱਕ ਬ੍ਰਾਂਡ ਆ ਬੜਾ ਤਕੜਾ ਇੰਡੀਆ ਦੇ ਵਿੱਚ ਜਿਹਦੇ ਕਿ 20+ ਸਟੋਰਸ ਨੇ ਕੋਟਿੰਗ PPF ਡਿਟੇਲਿੰਗ ਦੇ। ਤੇ ਵਧੀਆ ਚੱਲ ਰਿਹਾ ਇਹਨਾਂ ਦਾ ਇਹ, ਕਿਉਂਕਿ ਕਾਫੀ ਤੁਸੀਂ ਪਿਆਰ ਦੇ ਰਹੇ ਹੋ ਤੇ ਇਹਨਾਂ ਨੇ ਹੁਣ ਤੁਹਾਡੀ ਬਦੌਲਤ ਹੀ, ਇੱਕ ਪਹਿਲਾਂ ਇਹਨਾਂ ਦਾ ਮੋਹਾਲੀ ਦੇ ਵਿੱਚ ਸੀ VR ਪੰਜਾਬ ਮਾਲ ਦੇ ਵਿੱਚ, ਇੱਥੇ ਵੀ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਟ੍ਰਿਲੀਅਮ ਮਾਲ ਦੇ ਵਿੱਚ ਖੋਲ ਰਹੇ ਨੇ। ਤੁਸੀਂ ਗੂਗਲ ਕਰ ਸਕਦੇ ਹੋ ਟ੍ਰਿਲੀਅਮ ਮਾਲ। ਅਸੀਂ ਬਹੁਤ ਸਾਰੇ ਵਲੌਗਸ ਇਹਨਾਂ ਦੇ ਆਲਰੇਡੀ ਪਾਏ ਹੋਏ ਨੇ ਤੇ ਆਪਾਂ ਚੱਲਾਂਗੇ ਉੱਥੇ ਅੱਜ ਵੀ ਇਹਨਾਂ ਨੇ ਕਿੱਦਾਂ ਦਾ ਸੈਟਅਪ ਕੀਤਾ, ਇੱਥੇ ਕੀ ਨਵੀਂ ਚੀਜ਼ਾਂ ਲੈ ਕੇ ਆਏ ਨੇ। ਤੇ ਆਪਾਂ ਬੇਸਿਕਲੀ ਵੈਸੇ ਲਦਾਖ ਚੱਲੇ ਆ, ਤੁਹਾਨੂੰ ਪਤਾ ਹੀ ਹੈ ਹਨਾ, ਤੇ ਉਹਦੇ ਵਾਸਤੇ ਮੈਂ ਸੋਚ ਰਿਹਾ ਸੀ ਐਡਵਾਂਸ ਕੋਟਿੰਗ ਵੀ ਕਰਾ ਲਈਏ ਗੱਡੀ ਨੂੰ ਇੱਕ ਵਾਰੀ ਤੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਆ। ਨਾਲੇ ਜਾਓ ਚੱਲਦੇ ਆ, ਸਕਰੀਨ ਤੇ ਨੰਬਰ ਚਲਾਉਂਗਾ, ਕਿਸੇ ਦੀ ਕੋਈ ਡਿਟੇਲ ਜਾਂ ਕੋਈ ਇਨਕੁਆਇਰੀ ਹੋਵੇ ਤਾਂ ਜ਼ਰੂਰ ਬਈ ਉੱਤੇ ਕਾਲ ਕਰ ਲਿਓ ਤੇ ਬਾਕੀ ਚੈਨਲ ਜ਼ਰੂਰ ਫੋਲੋ ਕਰ ਲਿਓ ਨਹੀਂ ਕੀਤਾ ਹੋਇਆ। ਤੇ ਆਓ ਚੱਲਦੇ ਆ ਆਪਾਂ। ਦੋਸਤੋ ਇਹ ਆ ਗਿਆ ਟ੍ਰਿਲੀਅਮ ਮਾਲ, ਤੁਸੀਂ ਬਾਹਰੋਂ ਦੇਖ ਸਕਦੇ ਹੋ। ਇਹ ਸ਼ਹਿਰ ਦੇ ਅੰਦਰ ਆ, ਆਪਾਂ ਚੱਲਾਂਗੇ ਇਹਦੀ ਬੇਸਮੈਂਟ ਲੋ ਤੇ ਪਾਰਕਿੰਗ 'ਚ ਆਪਾਂ ਬੇਸਮੈਂਟ 2 'ਚ ਜਾਣਾ। ਮੈਨੂੰ ਭਾਈ ਨੇ ਦੱਸਿਆ। ਅੱਛਾ, ਇਹਨਾਂ ਨੇ ਇੱਥੇ ਬੋਰਡ ਵੀ ਲਾ ਰੱਖਿਆ ਬਾਈ ਆਪਦਾ, ਆ ਤੁਸੀਂ ਦੇਖ ਸਕਦੇ ਹੋ ਤੇ ਬੇਸਮੈਂਟ 2 ਲਿਖੀ ਵੀ ਹੋਈ ਹੈ। ਤੇ ਦੋਸਤੋ ਬੇਸਮੈਂਟ 2 ਦੇ ਵਿੱਚ ਆ ਕੇ ਤੇ ਇਹ ਥੱਲੇ ਐਂਡ ਤੇ ਜਾ ਕੇ ਇਹਨਾਂ ਨੇ ਬਣਾਇਆ। ਇਹਦਾ ਲੱਗਦਾ ਕਾਫੀ ਚੱਕਵਾਂ ਬਣਾ ਲਿਆ, ਤੁਸੀਂ ਆ ਦੇਖ ਸਕਦੇ ਹੋ। ਕਾਫੀ ਸੋਹਣਾ ਸਟੋਰ ਲੱਗ ਰਿਹਾ ਮੈਨੂੰ। ਇਹ ਗੱਡੀ ਇੱਕ ਵਾਸ਼ਿੰਗ ਲਈ ਆ ਵੀ ਗਈ ਹੈ। ਤੇ ਦੋਸਤੋ ਮੈਂ ਫਾਈਨਲੀ ਪਹੁੰਚ ਚੁੱਕਿਆ ਸੀ ਤੇ ਮੈਂ ਕਿਹਾ ਤੁਹਾਨੂੰ ਅਫੀਸ਼ੀਅਲੀ ਦਿਖਾਈਏ ਵੀ ਕਿੱਦਾਂ ਇੱਥੇ ਕੰਮ ਕਰ ਰਿਹਾ ਤੇ ਕੀ ਕਰ ਰਿਹਾ ਤੇ ਮੈਂ ਆਪਣੀ ਗੱਡੀ ਦੇ ਕੀ ਕਰਾਉਣ ਵਾਲਾ ਹੈ। ਠੀਕ ਹੈ, ਕਿਉਂਕਿ ਬਹੁਤ ਸਾਰੇ ਵਲੌਗਸ ਅਸੀਂ ਆਲਰੇਡੀ ਦੇ ਚੁੱਕੇ ਹਾਂ ਕਿ ਕੋਟਿੰਗ ਕੀ ਹੁੰਦੀ ਹੈ, PPF ਕੀ ਹੁੰਦੀ ਹੈ, ਡਿਟੇਲਿੰਗ ਕੀ ਹੁੰਦੀ ਹੈ। ਪਰ ਇਹ ਸਟੋਰ ਓਪਨਿੰਗ ਸੀਗੀ ਅੱਜ ਇਹਨਾਂ ਦੀ, ਲਾਈਕ ਤੇ ਤੁਹਾਨੂੰ ਅੰਮ੍ਰਿਤਸਰ ਵਾਲੀ ਫੈਸਿਲਿਟੀਆਂ। ਤੇ ਦੋਸਤੋ ਇਹਨਾਂ ਨੇ ਵਾਸ਼ਿੰਗ ਸ਼ੁਰੂ ਕਰਤੀ ਹੈ ਗੱਡੀ ਦੀ ਇੱਥੇ ਪਹਿਲਾਂ, ਕਿਉਂਕਿ ਗੱਡੀ ਪਹਿਲਾਂ ਵਾਸ਼ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪ੍ਰੋਪਰ ਸਾਰੇ ਜਿਹੜੇ ਮੱਛਰ ਜੇ ਲੱਗੇ ਹੁੰਦੇ ਆ ਉਹ ਲੱਥਣੇ ਜ਼ਰੂਰੀ ਹੈ ਸਾਰੇ, ਮੈਂ ਸਮਝਦਾ, ਕਿਉਂਕਿ ਗੱਡੀ ਸਾਡੀ ਆਲਮੋਸਟ ਹੁਣ ਕਲੀਨ ਹੋ ਚੁੱਕੀ ਹੈ। ਤੇ ਇਹ ਇਹਨਾਂ ਨੇ ਹੁਣ ਟੇਪਿੰਗ ਵਗੈਰਾ ਵੀ ਥੋੜੀ ਜਿਹੀ ਕਰ ਲਈ ਹੈ। ਤੇ ਸਰ ਪਹਿਲੀ ਤਾਂ ਗੱਲ ਹੈ ਕਿ ਕੰਗ੍ਰੈਚੁਲੇਸ਼ਨਸ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਸਰ ਦਾ ਵੀ ਵੈਲਕਮ ਆ ਸਾਡੇ ਪੰਜਾਬ, ਕਿਉਂਕਿ ਇਹ ਦਿੱਲੀ 'ਚ ਜ਼ਿਆਦਾ ਦਿਖਦੇ ਹੋਣੇ ਆ ਤੁਹਾਨੂੰ ਦਿੱਲੀ ਵਾਲੇ ਬੰਦਿਆਂ ਨੂੰ। ਸਰ ਪਹਿਲੀ ਦੀ ਗੱਲ ਹੈ ਵੈਲਕਮ ਅੰਮ੍ਰਿਤਸਰ ਆਉਣ ਲਈ। ਥੈਂਕ ਯੂ ਸੋ ਮਚ। ਤੇ ਕਿਉਂਕਿ ਤੁਸੀਂ ਐਡੀਆਂ ਫੈਸਿਲਿਟੀਆਂ ਪਹਿਲਾਂ ਵੀ ਦੇ ਰਹੇ ਹੋ ਤੇ ਹੁਣ ਤੁਸੀਂ ਸਾਡੇ ਪੰਜਾਬ 'ਚ ਵੀ ਇਹ ਸ਼ੁਰੂ ਕਰ ਰਹੇ ਹੋ, ਕਿਉਂਕਿ ਵਿਊਅਰਸ ਨੇ ਵੀ ਤੁਸੀਂ ਬਾਈ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਬਾਈ ਹੁਣਾਂ ਨੂੰ। ਤੇ ਸਰ ਕਿੰਨੇ ਕੁ ਸਟੋਰ ਇਸ ਟਾਈਮ ਤੱਕ ਹੋ ਚੁੱਕੇ, ਕਿਉਂਕਿ ਸਾਨੂੰ ਵੀ ਆਲਰੇਡੀ ਕੰਮ ਕਰਦਿਆਂ 3 ਸਾਲ ਹੋ ਚੁੱਕੇ ਤਾਂ ਥੋੜੀ डिटेल ब्रीफ मेरे व्यूअर्स को जरूर दे दो। सो ये ब्रांड अगेन हमने दिल्ली और गुड़गांव से चालू करी थी और अभी हमारे 20+ स्टोर्स हैं, टू बी प्रिसाइज 22 स्टोर्स हैं। और जब हमने दिल्ली में काम चालू किया था तो हमें पंजाब से बहुत अमेजिंग रिस्पांस था और लोग इतना दूर ड्राइव करके आते थे, इसलिए हमने डिसाइड किया था कि हम सबसे पहला स्टोर चंडीगढ़ मॉल ही डालेंगे तो उस एरिया को कवर करने के लिए। जब हमने वहाँ पे 2-3 साल ये स्टोर चलाया तो हमें रियलाइज़ हुआ कि अमृतसर एक ऐसा एरिया था जहाँ से हमारे पास बहुत कस्टमर चल के आते हैं और फिर बहुत सारे लोग कहते भी थे कि एक नियर बाय सर्विस होनी भी चाहिए। तो फिर हमने रिसेंटली वी डिसाइडेड कि हम अमृतसर में एक स्टोर खोलेंगे और खोलने के बाद बीइंग वेरी ऑनेस्ट हमारे पास डे 1 पे 16 गाड़ियों की बुकिंग है। क्या ही बात है, क्या ही बात है। ये आप लोगों का प्यार है भाई सारे जाने ਜਿਹੜਾ ਤੁਸੀਂ ਇਹਨੂੰ ਦੇਣ ਸਾਨੂੰ ਦੇਣ ਦੇ। ਓਕੇ ਤੇ ਸਰ ਚਲੋ ਆਪਾਂ ਨਾਲ ਵੈਸੇ ਗੱਲਾਂ ਵੀ ਕਰੀ ਜਾਣੀਆਂ ਹੈ ਨਾ, ਤੇ ਨਾਲੇ ਆਪਾਂ ਮੈਂ ਗੱਡੀ ਦੇ ਵੀ ਆਪਾਂ ਅੱਜ ਲਾਈਕ ਕੋਟਿੰਗ ਕਿਹੜੀ ਕਰਨ ਲੱਗੇ, ਕਿਉਂਕਿ ਅੱਜ ਇਹਨਾਂ ਦੀ ਮਰਜ਼ੀ ਦੀ ਕੋਟਿੰਗ ਹੋ, ਕਿਉਂਕਿ ਇਹ ਪ੍ਰੋਫੈਸ਼ਨਲਸ ਨੇ ਤੇ ਜਿਹੜੇ ਮੈਨੂੰ ਬਹੁਤ ਸਾਰੇ ਲੋਕ ਪੁੱਛਦੇ ਹੁੰਦੇ ਵੀ ਕੋਟਿੰਗ ਕਿੱਥੋਂ ਕਰਾਉਣੀ ਚਾਹੀਦੀ ਹੈ, ਕੀ ਕਰਨਾ ਚਾਹੀਦਾ, ਉਹ ਉਹਦੇ ਵਾਸਤੇ ਕਿਉਂਕਿ ਲਾਈਕ ਹਰੇਕ ਬੰਦਾ ਮੈਂ ਸਮਝਦਾ ਕਿ ਇੱਕ ਬੰਦੇ ਨੂੰ ਜਿਹੜਾ ਪ੍ਰੋਫੈਸ਼ਨਲੀ ਲੈ ਕੇ ਚੱਲਦਾ ਉਹੀ ਸਕਸੈਸਫੁਲ ਹੈ ਤੇ ਅਦਰਵਾਈਜ਼ ਜਿਹੜਾ ਕੋਈ ਕੁਛ ਵੀ ਕਰ ਰਿਹਾ ਕਦੀ ਕੁਛ ਕਰ ਰਿਹਾ ਉਹ ਬੰਦੇ ਨੂੰ ਸਕਸੈਸਫੁਲ ਹੀ ਨਹੀਂ ਕਹਿੰਦਾ, ਕਿਉਂਕਿ ਉਹਨੇ ਕਈ ਥਾਈਂ ਉਹਦਾ ਮਾਈਂਡ ਵਰਟ ਹੁੰਦਾ। ਤੇ ਇਸ ਕਰਕੇ ਇਹ ਕੋਟਿੰਗ ਦਾ ਇੱਕ ਤਕੜਾ ਬ੍ਰਾਂਡ ਹੈ ਇੰਡੀਆ ਦੇ ਵਿੱਚ ਤੇ ਬਹੁਤ ਸਾਰੇ ਸਟੋਰਸ ਇਹਨਾਂ ਦੇ ਹੋਰ ਸਿਟੀਜ਼ 'ਚ ਵੀ ਹੈਗੇ ਆ। ਤੁਸੀਂ ਇਹਨਾਂ ਦੇ ਇੰਸਟਾਗ੍ਰਾਮ ਤੇ ਅਫੀਸ਼ੀਅਲੀ
मैं ਥੱਲੇ ਮੈਂਸ਼ਨ ਵੀ ਕੀਤਾ ਜਾਂ ਕਾਲ ਕਰ ਲੋਗੇ ਤੁਹਾਨੂੰ ਹਰੇਕ ਸਿਟੀ 'ਚ ਵੀ ਫੈਸਿਲਿਟੀਜ਼ ਦੇ ਦਿੰਦੇ ਹਨ ਤੇ ਜਿਹੜੀ ਮੇਜਰ ਗੱਲ ਹੈ ਇੱਥੇ ਸਟੋਰ ਖੋਲ੍ਹਣ ਦਾ ਇਸ਼ੂ ਕੀ ਸੀਗਾ ਕਿਉਂਕਿ ਤੁਸੀਂ ਹੁਣ ਬਹੁਤ ਸਾਰੇ ਲੋਕ ਵੀਰ ਭਰਾ ਜਿਹੜੇ ਇੱਥੋਂ ਅੰਮ੍ਰਿਤਸਰ ਲਈ ਚੰਡੀਗੜ੍ਹ ਸਟੋਰ 'ਚ ਜਾਂਦੇ ਸੀਗੇ ਤੇ ਇਹਨਾਂ ਨੇ ਮੇਨਟੇਨੈਂਸ ਵੀ ਉਹਨੂੰ ਦੇਣੀ ਆ ਤੇ ਉਹ ਸਾਰਾ ਕੁਝ ਸੀਗਾ ਉਸ ਕਰਕੇ ਕੀ ਹੁੰਦਾ ਵੀ ਉਹਨਾਂ ਦਾ ਤੇਲ ਵੀ ਲੱਗ ਜਾਂਦਾ ਸੀ ਤੇ ਫਿਰ ਇਹਨਾਂ ਨੇ ਸੋਚਿਆ ਵੀ ਕਿਉਂ ਨਾ ਅਸੀਂ ਅੰਮ੍ਰਿਤਸਰ ਹੀ ਖੋਲ੍ਹ ਦਿੱਤਾ ਜਾਵੇ ਜਿਹੜਾ ਤੁਹਾਨੂੰ ਇੱਥੇ ਮਿਲ ਜਾਵੇ ਤੇ ਸਰ ਪਹਿਲੀ ਗੱਲ ਹੁਣ ਮੈਨੂੰ ਇਹ ਦੱਸੋ ਵੀ ਆਪਾਂ ਇੱਥੇ ਸਾਰਾ कुछ ही लेके आए हैं कोटिंग्स पीपीएफ्स डिटेलिंग सारा कुछ। सो अगेन हमने ये बड़ा फ्लैगशिप स्टोर ही खोला है जिसमें ऐसा नहीं है मिनी स्टोर नहीं है। सो डे वन चाहे वो बेसिक क्लीनिंग हो जो कि 500-600 रुपए से स्टार्ट होती है लेके 2-3 लाख रुपए की पीपीएफ तक सब हमारे पास सारा कुछ ही सारा कुछ यहाँ पे वॉशिंग वूशिंग किसी ने करवानी होगी सारी, हाँ वो भी सारा कुछ है। और मेजरली हमने इस रीजन में क्योंकि बहुत एसयूवीज और वो गाड़ियाँ होती हैं सो हम प्राइमरी फोकस कोटिंग्स और पीपीएफ पे कर रहे हैं। ठीक है ਤੇ ਮੇਰੇ ਵਾਲੀ ਗੱਡੀ ਤੇ ਫਿਰ ਅੱਜ ਤੁਸੀਂ ਕੀ ਕਰਕੇ ਦੇਣ ਲੱਗੇ ਹੋ? क्योंकि आप बता रहे हो आप लद्दाख जा रहे हो तो हमें लगा कि गाड़ी प्रोटेक्टेड होनी चाहिए और कई बार हमने बाकी लोगों की वीडियोस में भी देखा है कि गाड़ियों की हालत बहुत खराब हो जाती है लद्दाख में और बहुत वेयर एंड टेयर आता है। सो हम इस पे अभी ग्रिफीन कोटिंग कर रहे हैं जो कि हमारा वन ऑफ द टॉप सक्सेसफुल और टॉप सेलिंग प्रोडक्ट भी है। ਇੱਥੇ पीपीएफ क्यों नहीं सुजेस्ट करते ਤੁਸੀਂ ਵਾਈਟ सो कलर ਦੇ? देखो पीपीएफ अगेन वाइट कलर की गाड़ी पे थोड़ा येलो टोन आता है ओवर अ पीरियड टाइम, ਉਹ ਆਉਣਾ ਹੀ ਆਉਣੇ ਆ मींस वो होना ही होना है। वो बेसिकली डर्ट का आता है। अगर आपने कभी गौर किया हो तो व्हाइट कलर की गाड़ी पे नॉर्मली भी पीलापन आता है आंदा है जिसके लिए आप रबिंग और वो कराते हो। पीपीएफ पे ज्यादा रबिंग और ये हो नहीं सकती तो इसलिए वो दिखता है। पर क्योंकि आप बहुत शौकीन हो कभी स्टिकर लगाओगे कुछ और करोगे तो ग्रिफीन एक ऐसी चीज है जो लॉन्ग टर्म तक आपके साथ रहेगी। प्लस जब आप वेयर एंड टेयर की बात करते हो गाड़ी पे अगर आप बहुत गौर करोगे तो गाड़ी पे थोड़ी सी रफनेस है, छोटे मोटे सोल मार्क्स हैं। अगर हम उसे क्लीन करके इस पे कोटिंग कर देंगे तो आपकी जो पूरी ट्रिप है उस पूरी गाड़ी का पेंट प्रोटेक्टेड रहेगा। ठीक है दैट्स वाई ਜਦੋਂ ਮੇਰੀ ਗੱਲ ਹੋਈ ਨਾ ਇਹਨਾਂ ਨਾਲ ਮੈਂ ਆਲਵੇਜ਼ ਹੁਣ ਕਿਉਂਕਿ ਕੋਈ ਬ੍ਰਾਂਡ ਆ ਕਿਤੇ ਚੱਲੇ ਆਂਦੇ ਨਾਲ ਗੱਲ ਹੁੰਦੀ ਹੈ ਮੈਂ ਸਰ ਨੂੰ ਕਿਹਾ ਕਿ ਲਦਾਖ ਚੱਲੇ ਆ ਤੇ ਮੈਨੂੰ ਕਹਿੰਦੇ ਵੀ ਤੇਰੀ ਗੱਡੀ ਤੇ ਕੋਟਿੰਗ ਕਿਉਂ ਨਹੀਂ ਤੂੰ ਕਰਾਈ ਨਹੀਂ ਹੈ ਨਾ ਉਦੋਂ ਵੀ ਸਾਡੀ ਰਹਿੰਦੀ ਸੀ ਮੈਂ ਬਿਜ਼ੀ ਸੀ ਉਦੋਂ ਵੀ ਕਹਿੰਦੇ ਸੀ ਕਰਾ ਲੈ ਤੇ ਮੇਰਾ ਟਾਈਮ ਨਹੀਂ ਲੱਗਿਆ ਤੇ ਫਿਰ ਇਸ ਵਾਰੀ ਮੈਨੂੰ ਕਹਿੰਦੇ ਕਿ ਯਾਰ ਸਿਰਫ ਸਾਨੂੰ ਥੋੜਾ ਜਿਹਾ ਟਾਈਮ ਦੇ ਗੱਡੀ ਕਿਉਂਕਿ ਅਸੀਂ ਚਾਹੁੰਦੇ ਇਹਨੂੰ ਕੋਟਿੰਗ ਕਰਕੇ ਦਈਏ ਕਿਉਂਕਿ ਵਾਪਸ ਆਣ ਕੇ ਸੇ ਵੀ ਸਵੈਲ ਮਾਰਕ ਜਿਹੜੇ ਨੇ ਜਾਂ ਇਹ 'ਚ ਹੋਰ ਕਈ ਕੁਝ ਹੋ ਸਕਦਾ ਤੇ ਤੂੰ ਇਹਨੂੰ ਕੋਟਿੰਗ ਕਰਾ ਕੇ ਲੈ ਕੇ ਚੱਲੀ ਇਸ ਕਰਕੇ ਫਿਰ ਮੈਂ ਪਹਿਲਾਂ ਇਹਨਾਂ ਕੋਲੇ ਆਇਆ। ਅੱਛਾ ਇਸ ਕਰਕੇ ਆਪ ਲੋਕ मुझे बोल रहे थे भी ये चीज़ है ठीक है तो ਇਹਦੇ कोटिंग्स फिर इस टाइम अपने को किहड़े तरह दी अवेलेबल है लाइक कितना हमारे पास बेसिक हाई ग्लॉस ट्रीटमेंट जिसमें गाड़ी को रिस्टोर करने से लेके सिरेमिक कोटिंग 10H आपका ग्रिफीन कोटिंग पीपीएफ कोटिंग ये सारी चीज़ें होती हैं। ग्रिफीन बेसिकली ज़्यादा पॉपुलर इंडिया में इसलिए क्योंकि इट इज़ ऑल्सो नोन एज कार्बन कोटिंग। तो ग्रेफाइट जो होता है वो कार्बन कंपाउंड होता है जो गाड़ी में हम ऊपर से साथ में लगाते हैं और इस गाड़ी को जब हम कोट कर देते हैं तो ये गाड़ी को अंदर हीट रेजिस्टेंट प्रॉपर्टीज आ जाती हैं। सो गाड़ी 10 से 15% कम गर्म होती है। तो कभी कभी अगर आपने देखा हो पुरानी गाड़ियों में कि वो फेडिंग इश्यूज आते हैं रंग उड़ जाते हैं गाड़ियों में वो प्रॉब्लम सॉल्व हो जाती है। वो सॉल्व हो जाती है। तो ਇਹਦੀ ਲਾਈਫ कितनी ਹੁੰਦੀ है वैसे कोटिंग? अगर हम इस गाड़ी पे जो हम करके दे रहे हैं उसकी 5 साल की लाइफ है, 5 साल की वारंटी है और 5 साल की मेंटेनेंस। कुछ नहीं होगा मतलब भाई ये एक बड़ी ਵਧੀਆ ਗੱਲ ਲੱਗੀ ਆ ਮੈਨੂੰ ਤੇ ਫਿਲਹਾਲ ਆਪਾਂ ਇਹਦਾ ਪ੍ਰੋਸੈਸ ਸ਼ੁਰੂ ਕਰਦੇ ਆਂ। पीपीएफ ਜਿਹੜੀਆਂ ਨੇ पीपीएफ कितने तरह ਦੀ ਫਿਰ ਆਪਣੇ ਕੋਲ अवेलेबल है? पीपीएफ हमारे पास स्टार्ट हो जाती है। सो वी एज अ ब्रांड ओनली डू TPU विच इज अ हाई क्वालिटी मटेरियल। इसको बोलते हैं थर्मोप्लास्टिन पॉलीयूरेथिन। और TPU में जो स्टार्टिंग हो जाती है वो करीबन 5 से 6 साल की होती है मिनिमम लाइफ और जाती 10 साल तक है। क्या बात है। वो भी ਇਹਨਾਂ ਕੋਲੇ ਅਵੇਲੇਬਲ ਨੇ ਆਲਰੇਡੀ ਬਹੁਤ ਸਾਰੇ ਵਿਊਅਰਸ ਜਾਣਦੇ ਆ ਇਹ ਚੀਜ਼ਾਂ ਨੂੰ। ਇਹ ਸਿਰਫ ਤੁਸੀਂ ਹੁਣ ਇਹਨਾਂ ਕੋਲੇ ਫੈਸਿਲਿਟੀਆਂ ਤੇ ਆਪਣੇ ਫਾਇਦੇ ਲੈਣੇ ਆ ਇੱਥੇ ਅੰਮ੍ਰਿਤਸਰ 'ਚ ਵੀ ਆ ਕੇ ਤੇ ਇਹਨਾਂ ਨੂੰ ਜਿੰਨਾ ਪਿਆਰ ਹੋ ਸਕਦਾ ਉਹਨਾਂ ਦੇਣਾ ਕਿਉਂਕਿ ਹੋਰ ਸ਼ਹਿਰਾਂ 'ਚ ਵੀ ਫਿਰ ਫੈਸਿਲਿਟੀਆਂ ਦੇਣਗੇ ਤੇ ਆਲ ਓਵਰ ਇੰਡੀਆ ਵੀ ਸਟੋਰਸ ਹੈਗੇ ਆ ਤੇ ਫਿਲਹਾਲ ਹੁਣ ਇਹ ਕਰਦੇ ਆ ਪ੍ਰੋਸੈਸ ਸ਼ੁਰੂ ਨਾਲ ਕਰਾਂਗੇ ਗੱਲਾਂ ਵੀ ਕਿੱਦਾਂ ਕਰਦੇ ਆ ਕੀ ਸਿਸਟਮ ਹੈ ਕਿੰਨਾ ਟਾਈਮ ਲੱਗਦਾ ਤੇ ਮੇਨ ਗੱਲ ਆ ਜਾਂਦੀ ਆ ਪੈਸੇ ਕਿੰਨੇ ਲੱਗਣਗੇ ਇਹ ਦੱਸਾਂਗੇ ਐਂਡ ਦੇ ਵਿੱਚ ਹੈ ਨਾ ਠੀਕ ਹੈ। ਲੋ ਵੀ ਗੱਡੀ ਨਵੀਂ ਹੋ ਚੱਲੀ ਆ ਬਿਲਕੁਲ ਲੋ ਵੀ ਦੋਸਤੋ ਫਾਈਨਲੀ ਆਪਣੀ ਗੱਡੀ ਇਹਨਾਂ ਨੇ ਰੀਸਟੋਰ ਕਰ ਲਈ ਆ ਪ੍ਰੋਪਰ ਹੋਣੇ ਦੀ ਤੇ ਸਾਰੀ ਰਬਿੰਗ ਕਰਕੇ ਹੁਣ ਜਸਟ ਕੋਟਿੰਗ ਰਹਿ ਗਈ ਹੈ ਇਹਦੇ ਉੱਤੇ ਹੋਣ ਵਾਲੀ ਤੇ ਉਹ ਸਿਰਫ ਇਹਨਾਂ ਨੂੰ ਕੋਟ ਚੜਾਉਣਾ ਹੈ ਇਹਦੇ ਉੱਤੇ ਉਹ ਦੱਸਾਂਗੇ ਕੀ ਹੁੰਦਾ ਹੈ। ਦੋਸਤੋ फाइनली ਜਿਹੜੀ ਗੱਡੀ ਹੈ ਇਹਨਾਂ ਨੇ ਪ੍ਰੋਪਰ ਉਹਨੂੰ ਕਲੀਨ ਕਰ ਲਿਆ ਸਾਰਾ ਵੇਦ ਭਾਈ ਸਾਰਾ ਕਲੀਨ ਹੋ ਗਿਆ ਨਾ अब तो क्लीनिंग भी हो गया और कोटिंग भी एप्लीकेशन चालू ਚੱਲ ਰਿਹਾ ਠੀਕ ਹੈ। ਇਹ ਤੁਸੀਂ ਦੇਖ ਸਕਦੇ ਹੋ ਕਰੀ ਜਾਂਦੇ ਨੇ ਇਹ ਲੇਅਰ ਚੜ ਜਾਂਦੀ ਹੈ ਗੱਡੀ ਉੱਤੇ ਪ੍ਰੋਪਰ ਇਦਾਂ ਕਿ ਜਿੱਦਾਂ ਹੁਣ ਇਹਨੂੰ ਆਪਾਂ ਕੀ ਕੀਤਾ ਇਹਦਾ ਪ੍ਰੋਸੈਸ ਕੀ ਸੀ ਐਕਚੁਅਲ 'ਚ। सो द इंटायर कोटिंग में 4-5 स्टेप्स होते हैं मेजरली। सबसे पहले गाड़ी की डीप क्लीनिंग होती है। डीप क्लीनिंग अगेन वी मेक श्योर कहीं भी एजेस में कॉर्नर्स में कहीं भी डस्ट ना रह जाए और वो क्लीनिंग डीप क्लीनिंग में हमें करीबन 1 से 1.5 घंटा लगता है जस्ट टू क्लीन द कार। सो वी मेक श्योर कि सारे एजेस क्लीन हो
बॉडी कंटेमिनेशन ना हो, वो सारी चीज़। जब गाड़ी डीप क्लीन हो जाती है उसके बाद वी डू क्ले क्लीन। अच्छा, क्ले बेसिकली गाड़ी पे वो पार्टिकल्स हटाने के लिए होता है जो क्लीनिंग से नहीं निकलता। तो जैसे कंटेमिनेशन हुआ, कोई ऑयल पार्टिकल हुआ, आप गाड़ी चलाते हो, दूसरी गाड़ी में से फ्यूम्स आते हैं, तो वो क्लीनिंग से कभी कभी नहीं निकल पाते। तो वी मेक श्योर कि हम सारे कंटेमिनेशन आए। जब गाड़ी की क्ले हो जाती है तो इसमें डिफरेंट लेवल ऑफ कंपाउंडिंग होती है। गाड़ी की पेंट कंडीशन के ऊपर डिपेंड करता है। अगर नई गाड़ी है तो शायद सिंगल स्टेप कंपाउंडिंग या 2 से भी काम हो जाता है। आपकी गाड़ी में थोड़ा ज़्यादा मेहनत लगी तो हमें 3 लेवल ऑफ कंपाउंडिंग करनी पड़ी। 3 लेवल के बाद इस पर ग्लॉस ट्रीटमेंट होता है, फिर उसके बाद IPA क्लीनिंग होती है। IPA इज अल्कोहल बेस्ड क्लीनिंग, जिससे क्लीनिंग स्मेल आ रही है थोड़ी। हाँ, तो क्लीनिंग बेसिकली इसलिए होता है कि जब हम कोटिंग अप्लाई करें तो वो बॉन्ड क्रिएट कर ले पेंट के साथ और वो लॉन्ग टर्म चले। उसके बाद इस पर कोटिंग अप्लाई होती है और कोटिंग अप्लाई होने के बाद उसे बेक किया जाता है। ठीक है, ਹੁਣ ਮੁੱਖ ਦੀ ਗੱਲ ਇਹ ਦੱਸ ਦੇਣਾ ਮੋਟੀ ਕਿ ਇਹਨਾਂ ਨੇ ਇਹਨੂੰ ਜਿਹੜਾ ਪ੍ਰੋਸੈਸ ਸੀਗਾ ਪੁਰਾਣੇ ਪੇਂਟ ਨੂੰ ਦੁਬਾਰਾ ਰੀਸਟੋਰ ਕਰਨ ਵਾਸਤੇ ਲੈ ਕੇ ਆਂਦਾ, ਜਿਹੜੇ ਉੱਤੇ ਉਹਦੇ ਦਾਗ ਲੱਗ ਗਏ ਸੀ ਜਾਂ ਕੁਝ ਵੀ ਹੋ ਚੁੱਕਿਆ ਸੀ, ਸਾਰਾ ਹੀ ਲਾ ਕੇ ਤੇ ਹੁਣ ਇਹਨਾਂ ਨੇ ਫਿਰ, ਕਿਉਂਕਿ ਇੱਥੋਂ ਪਤਾ ਲੱਗਦਾ ਜਦੋਂ ਹੱਥ ਲਾਉਂਦੇ ਆ ਤੇ ਸਮੂਥ ਹੋ ਚੁੱਕੀ ਹੈ ਐਗਜ਼ੈਕਟ, ਹੈ ਨਾ, ਪ੍ਰੋਪਰ ਦੀ ਪ੍ਰੋਪਰ। ਹੁਣ ਇਹਨੂੰ ਕੀ ਕਰਨਗੇ ਇਹਨਾਂ ਨੇ, ਇਹਨੂੰ ਬੇਸਿਕਲੀ ਕੋਟਿੰਗ ਕੀ ਚੀਜ਼ ਹੈ, ਕੋਟਿੰਗ ਮੇਰੇ ਹਿਸਾਬ ਨਾਲ ਬੇਸਿਕਲੀ ਪੰਜਾਬੀ ਭਾਸ਼ਾ 'ਚ ਮੈਂ ਦੱਸ ਦੇਵਾਂ ਤੇ ਇਹੀ ਹੈ ਕਿ ਸਿਰਫ ਇੱਕ ਕੋਟ ਚੜ੍ਹਦਾ ਇਹਦੇ ਉੱਪਰ ਤੇ ਉਹਦੇ ਨਾਲ ਇਹ ਇੱਥੇ ਲੌਕ ਹੋ ਜਾਂਦੀ ਹੈ, ਹੈ ਨਾ, ਵੀ ਉਹਨੂੰ ਹਿੱਲਦੀ ਨਹੀਂ। ਪਰ ਉਹ ਕੁਝ ਟਾਈਮਲੀ ਵੈਲਿਡ ਹੈ, ਲਾਈਕ ਆਲਮੋਸਟ ਮੇਰੇ ਹਿਸਾਬ ਨਾਲ ਕਿੰਨੇ ਜਦੋਂ ਤੁਸੀਂ 5 साल या 3 साल या कितना। तो बेसिकली मैं आपको थोड़ा साइंस और बताऊंगा। जब गाड़ी का पेंट होता है और कभी आप माइक्रोस्कोप से देखोगे तो इसके अंदर पोर्स होते हैं छोटे छोटे। ठीक है, वो पोर्स को रफ बनाते हैं, इसलिए इस पे जल्दी मिट्टी चिपकती है और सारी चीजें होती हैं। जो कोटिंग होती है वो नैनो पार्टिकल्स होते हैं। ठीक है, जब हम उसे लगाते हैं तो उन पोर्स के अंदर घुस जाती है और एक लेयर क्रिएट कर देती है। तो जब ये बिल्कुल ग्लॉसी हो जाती है तो इस पर डस्ट भी कम चिपकती है और इजी टू क्लीन भी होती है। और बट जब ओवर ट्रेन आप गाड़ी चलाते हो, जैसे पंजाब एक ऐसा रीजन है जहाँ पे डस्ट ज्यादा है, सो उसमें क्या होता है, वेयर एंड टेयर आता है। पर जो भी वेयर एंड टेयर आता है, ये पेंट है और ये कोटिंग है, तो इस कोटिंग के ऊपर आ रहा है। नेक्स्ट टाइम हम हर साल में गाड़ी को रिकॉल करते हैं, गाड़ी की कोटिंग चेक करते हैं, कहीं से भी ब्लरीनेस आती है उसको निकालते हैं, उसको क्लीन करते हैं, कंपाउंडिंग करते हैं अगर जरूरत होती है तो, और मेक श्योर करते हैं कि नेक्स्ट ईयर भी गाड़ी फिर से चमकती है। तो मतलब कि 6 महीने बाद एक बार फिर सानू ट्रीटमेंट करना आफ्टर ईयर, बिकॉज दिस इज 10H कोटिंग, तो इसे साल में एक बार जरूरत पड़ती है। 10H की है वैसे बहुत सारे व्यूज नਵੇਂ जुड़ चुके हैं, तेनों दस दिता जावे ये कोटिंग्स किन्ने माइक्रॉन्स होंदे हैं, की सिस्टम कितनी मोटी होंदी है। तो कोटिंग अगर ढंग से कैलकुलेट की जाए तो 1 से 2 माइक्रोन ही होती है, बट क्योंकि बहुत हार्ड कोट होता है और ग्लास और कार्बन बेस्ड है तो बहुत हार्ड होता है, जो नॉर्मली वेयर एंड टेयर नहीं होता। ठीक है, बट अगर हम बात करें इसकी 10H और ये क्या होता है, बेसिकली 9H और 10H इसकी हार्डनेस लेवल है। ठीक है, तो अभी जो मैक्सिमम अप्रूव्ड चल रहा है वो 10H चलता है। 9H भी कोटिंग आती है बट वो इतनी स्ट्रांग नहीं होती है, और हीट क्योंकि इंडिया में ज्यादा होती है तो वो क्या होता है, ओवर अ पीरियड टाइम जल्दी वाइप आउट हो जाती है। ठीक है, एक होर गल दस देना जी, भी जिद्दां दा थोड़ा रंग है उदां दा रहूगा। ब्लैक गड्डियां दे भी बहुत सारे लोग कराउंदे आ भी गड्डी काली रवे, उदां दी चमक रवे, उहदे नाल भी रहिंदी, पर अजकल काली गड्डी दा जां किसी होर गड्डी दा सोल्यूशन आ चुका है, वो हैगी है PPF, है ना। ते वो किन्ने mm हुंदी है वैसे? PPF स्टार्ट हो जाती है 160-170 माइक्रोन से। जो अच्छी PPF होती है वो 180 से लेकर 200 माइक्रोन की होती है, और 200 माइक्रोन की फिल्म जो होती है वो अप्रोक्सीमेटली 5 से 6 साल मिनिमम चलती है। हुण पहला इहदे ते ही मुका लैने आपां लाइक कोटिंग दे उत्ते, है ना, ये होगी ते ऑलमोस्ट मैनू लगे ने कोई 6 ਤੋਂ 7 घंटे सवेर ਦਾ ਆਇਆ ਹੋਇਆ ਮੈਂ ਬਾਈ ਵੈਸੇ। ਠੀਕ ਹੈ, ਤੁਹਾਨੂੰ ਜਿਹੜੇ ਨੇ ਲਾਈਕ ਪੇ, ਤੇ ਬਾਕੀ ਉਹ ਵੀ ਕਿਉਂ ਸੀਗਾ ਵੀ ਅੱਜ ਰਸ਼ ਘੱਟ ਸੀ ਤੇ ਸਾਰੇ ਬੰਦੇ ਆਪਾਂ ਇੱਕੋ ਗੱਡੀ ਤੇ ਲਾ ਰੱਖੇ ਨੇ, ਅਦਰਵਾਈਜ਼ ਕਈ ਵਾਰੀ ਥੋੜਾ ਬਹੁਤਾ ਉੱਪਰ ਹੋ ਸਕਦਾ ਟਾਈਮ, ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਵੀ ਕਿੰਨਾ ਕੁ ਲੱਗਣਾ। ਠੀਕ ਹੈ, ਹੁਣ ਦੂਜੀ ਗੱਲ ਆ ਜਾਂਦੀ ਆ ਵੀ ਉਹਦੀ ਕਾਸਟ ਦੀ ਹੁਣ ਮੇਜਰ, ਤੇ ਬਈ ਇਹ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦੀ ਹੈ, ਲਾਈਕ ਹੁਣ ਤੁਸੀਂ ਚਲੋ ਮੇਰੇ ਕੋਲ ਜੋ ਚਾਰਜ ਕਰਨਾ ਉਹਦੇ ਆਪਾਂ ਭਾਈ ਬੰਦੀ ਆਪਾਂ ਵੇਖਾਂਗੇ ਵੀ ਕੀ ਦੇਣਾ ਇਹਨਾਂ ਨੂੰ, ਹੈ ਨਾ, ਤੇ ਪਰ ਵੈਸੇ ਇਹ ਕਿੰਨੇ ਕੁ ਪੈਸੇ ਲੱਗ ਜਾਂਦੇ ਆ। सो जो ग्रिफिन कोटिंग की हम बात कर रहे हैं, ये सेरेमिक से एडवांस कोटिंग है और मिनिमम लाइफ इसकी 5 साल आती है। छोटी गाड़ी जो हैचबैक होती हैं जैसे स्विफ्ट हो गई, ऑल्टो हो गई, इनकी स्टार्टिंग 30 से 35 हज़ार रुपये से हो जाती है। टू बी स्पेसिफिक 35 हज़ार रुपये लेके चलो आप। अगर आप सेडान गाड़ी देख रहे हो जैसे होंडा सिटी हो गई, ये गाड़ियाँ हो गई, इनकी प्राइसिंग 40 हज़ार रुपये की आती है। और जो MUVs होती हैं उनकी भी सेम कॉस्टिंग आती है, बट जो SUVs होती हैं जैसे फॉर्च्यूनर हो गई, हैरियर हो गई, आपकी सफारी हो गई, इनकी कॉस्टिंग 45,000 की आसपास। 45, तो मेरे नाल कोई डिस्काउंट भी दे रहे हो? सो अगर आपके रेफरेंस से कोई कस्टमर हमारे पास आएंगे तो हम फर्स्ट 20 कार्स को फ्लैट 20% ऑफ देंगे। ਇਹ ਤੁਹਾਡੇ ਵਾਸਤੇ ਪਾਰਟੀਆਂ ਦੇ 20 ਕਾਰਸ ਤੁਸੀਂ ਕਿੰਨੀ ਛੇਤੀ ਪੂਰੀਆਂ ਕਰ ਲੈਂਦੇ ਹੋ ਤੇ ਕਿਹੜੇ ਰਹਿ ਜਾਂਦੇ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ। ਹਾਂ, ਬਟ ਗੱਲ ਇੱਥੇ ਨਹੀਂ ਮੁੱਕੂਗੀ, ਫਿਰ ਵੀ ਆ ਕੇ ਤੁਸੀਂ ਮੇਰਾ ਨਾਮ ਲਿਓ, ਤੁਹਾਡਾ ਰਿਗਾਰਡ ਜ਼ਰੂਰ ਹੋਊਗਾ ਤੇ ਕੰਮ 'ਚ ਕੋਈ ਕਮੀ ਨਹੀਂ ਰਹੂਗੀ। ਤੇ ਆਫਰਸ ਇਹਨਾਂ ਦੀਆਂ ਵੈਸੇ ਵੀ ਚੱਲਦੀਆਂ ਰਹਿੰਦੀਆਂ ਨੇ, ਤੁਸੀਂ ਇਹਨਾਂ ਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ, ਉੱਥੇ ਬਹੁਤ ਸਾਰੇ ਅਪਡੇਟਸ ਪਾਏ ਹੁੰਦੇ ਆ। ਹੁਣ ਅਗਲੇ ਬੰਨੇ ਆ ਜਾਂਦੀ ਹੈ ਗੱਲ PPF ਦੀ, ਹੈ ਨਾ, ਤੇ PPF ਜਿਹੜੀ ਹੈ ਲਾਈਕ ਉਹ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦੀ ਹੈ ਜੇ ਕਿਸੇ ਨੇ ਫੋਰਚੂਨਰ ਤੇ ਕਰਾਉਣੀ ਹੈ, ਸਡਾਨ ਤੇ ਕਰਾਉਣੀ ਹੈ ਜਾਂ ਕਿੱਦਾਂ? फॉर्च्यूनर की अगर स्टार्टिंग की बात करें तो 95,000 से स्टार्टिंग होती है, क्योंकि ये बड़ी गाड़ी है और काफ़ी ज़्यादा मटेरियल लगता है। PPF मटेरियल बेस्ड काम है,
बट अगर हम छोटी गाड़ी की बात करें तो 75-80,000 से चालू हो जाती है और मिड साइज जो ज़्यादातर गाड़ियाँ होती हैं जैसे आपकी सेल्टोस हो गई, क्रेटा हो गई, ये अप्रॉक्सीमेटली 85,000 में ਸ਼ੁਰੂ ਹੋ ਜਾਂਦੀ ਹੈ ਤੇ ਉਹਦੀ ਲਾਈफ ਕਿੰਨੀ ਕੁ ਹੁੰਦੀ ਹੈ ਵੈਸੇ? जो मैं आपको 85 बता रहा हूँ उसको हम प्राइम सीरीज बोलते हैं और उसकी लाइफ 5 से 6 साल होती है। ठीक है। इसके ऊपर हमारी एक फिल्म आती है जिसको हम परफॉर्मेंस सीरीज बोलते हैं। वो परफॉर्मेंस सीरीज बेसिकली नाम भी इसलिए रखा है क्योंकि हाई परफॉर्मेंस फिल्म्स हैं। वो फिल्म मिनिमम लाइफ 10 साल है और उसकी स्टार्टिंग 1,15,000 1,25,000 से ਸ਼ੁਰੂ ਹੋ ਜਾਂਦੀ ਹੈ। ਤੇ ਇੱਕ ਗੱਲ ਮੇਜਰ ਇੱਥੇ ਮੇਰੇ ਵਿਊਅਰਸ ਦਿਮਾਗ ਤੇ ਹੋਰ ਚੱਲ ਰਹੀ ਹੋਣੀ ਹੈ, ਜਦੋਂ ਇਹਨੂੰ ਲਾਉਣਾ ਪੈਂਦਾ ਹੈ ਜਾਂ ਕੁਝ ਵੀ ਉਦੋਂ ਗਮ ਛੱਡਦੀ ਹੈ ਜਾਂ ਲੱਥ ਜਾਂਦੀ ਹੈ, ਪੇਂਟ ਤੇ ਨਹੀਂ ਲਾ ਦਿੰਦੀ ਨਾਲੋਂ? सी अब ये क्वेश्चन जो है वो बेसिक टेक्निकल क्वेश्चन है। इस जो फिल्म्स आती है पीपीएफ, इसमें कई मटेरियल टाइप आते हैं। सो जो सबसे अच्छा मटेरियल होता है वो टीपीयू मटेरियल होता है जिसको थर्मोप्लास्टिन पॉलीयूरेथीन बोलते हैं। उन फिल्म्स में एक्रिलिक गम्स होती हैं और एक्रिलिक गम का फायदा ये होता है कि अगर आप 5 साल बाद भी फिल्म को उतारोगे गाड़ी का पेंट बिल्कुल चिपचिपाता रहेगा। बट अभी क्या है, चाइनीज फिल्म बहुत मार्केट में आ गई है तो सस्ती फिल्म में प्रॉब्लम आती है नो डाउट, बट वी ऑलवेज रिकमेंड अगर आप अपनी गाड़ी पे जा रहे हो ऑलवेज गो फॉर टीपीयू। ਠੀਕ ਹੈ। ਇਸ ਕਰਕੇ ਭਾਈ ਇਹ ਵੀ ਚੀਜ਼ ਹੈਗੀ ਹੈ, ਤੁਸੀਂ ਇਹਦਾ ਵੀ ਫਾਇਦਾ ਲੈ ਸਕਦੇ ਹੋ। ਤੇ ਮੈਂ ਸਮਝਦਾ ਕਿ ਬਹੁਤ ਆ ਹੈ ਨਾ, ਵਲੌਗ ਲਾਈਕ ਵੀ ਲੰਬਾ ਜ਼ਿਆਦਾ ਨਹੀਂ ਹੋਣਾ ਕਿਉਂਕਿ ਤੁਸੀਂ ਵੀ ਬੋਰ ਹੋ ਜਾਂਦੇ ਹੋ, ਪਰ ਇਹ ਇੰਟਰਸਟਿੰਗ ਚੀਜ਼ਾਂ ਸੀਗੀਆਂ। ਇਹਨਾਂ ਦਾ ਇੱਥੇ ਸਟੋਰ ਖੁੱਲ੍ਹੇ ਆ, ਤੁਸੀਂ ਉਹਦੇ ਲਈ ਇਹਨਾਂ ਨੂੰ ਫਾਇਦਾ ਵੀ ਜ਼ਰੂਰ ਦਿਓ। ਤੇ ਸਰ ਕੁਝ ਮੇਰੇ ਵਿਊਵਰਸ ਨੂੰ ਕਹਿਣਾ ਚਾਹੁੰਦੇ ਹੋਵੋ? सो वी हैव सो मैनी स्टोर्स। अगर आप वैसे पंजाब से हो, और सॉरी मैं पंजाबी नहीं बोलना जानता पर मैं समझ लेता हूँ। सो अगर आप पंजाब से हैं तो पंजाब में हमारा ये दूसरा स्टोर है। उसके अलावा अगर आप किसी और स्टेट से हैं तो आप वहाँ भी जा सकते हैं और आप सर्च कर सकते हैं हमारी वेबसाइट के ऊपर। अगेन हमें पंजाब से स्पेसिफिकली बहुत प्यार मिला है, स्पेशली दरागन के थ्रू। तो थैंक यू सो मच टू ऑल ऑफ यू एंड थैंक्स अगेन। ਥੈਂਕ ਯੂ ਸੋ ਮਚ ਟੂ ਸਰ, ਕਿਉਂਕਿ ਤੁਹਾਡੀਆਂ ਬਦੌਲਤ ਹੀ ਇੱਥੇ ਲੋਕ ਆਪਣੀਆਂ ਗੱਡੀਆਂ ਸੇਫ ਰੱਖ ਪਾ ਰਹੇ ਨੇ। ਕਿਉਂਕਿ ਇਹ ਵੀ ਇੱਕ ਬੜਾ ਮੇਜਰ ਇਸ਼ੂ ਸਾਡੇ ਪੰਜਾਬ 'ਚ, ਸ਼ੌਂਕ ਬਹੁਤ ਹੈ, ਚੀਜ਼ਾਂ ਨੂੰ ਸੇਫ ਰੱਖਣ ਦਾ ਵੀ ਬਹੁਤ ਕਰੇਜ਼ ਹੈ। ਤੁਹਾਡੇ ਇਹ ਚੀਜ਼ਾਂ ਪ੍ਰੋਡਕਟਸ ਜਿਹੜੇ ਨੇ ਜਿੱਦਾਂ ਵੀ ਤੁਸੀਂ ਲੈ ਕੇ ਆ ਰਹੇ ਹੋ, ਇੰਨੀਆਂ ਫੈਸਿਲਿਟੀਆਂ ਸਾਡੇ ਸ਼ਹਿਰ 'ਚ ਦੇ ਰਹੇ ਹੋ, ਉਹਦੇ ਵਾਸਤੇ ਤੁਹਾਡਾ ਥੈਂਕ ਯੂ। ਕਿਉਂਕਿ ਗੱਡੀਆਂ ਪੰਜਾਬ 'ਚ ਮੈਂ ਮੰਨਦਾ ਕਿ ਉਹ ਇੱਕ ਜਾਨ ਹੈ ਸਾਰਿਆਂ ਦੀ, ਲੈਣੀ ਵੀ ਚਾਹੀਦੀ ਹੈ। ਤੇ ਉਮੀਦ ਹੈ ਕਿ ਤੁਸੀਂ ਇਹਦਾ ਫਾਇਦਾ ਵੀ ਲਿਓਗੇ ਬਾਈ। ਤੇ ਬਾਕੀ ਪ੍ਰੋਫੈਸ਼ਨਲ ਬੰਦੇ ਕੋਲੋਂ ਹੀ ਕਰਾਉਣੀ ਚਾਹੀਦੀ ਹੈ ਤੇ ਆਮ ਨਹੀਂ ਜਾਣਾ ਚਾਹੀਦਾ ਕਿਸੇ ਵੀ ਸਰਵਿਸ ਸਟੇਸ਼ਨ ਵਾਲੇ ਕੋਲ ਜਾਂ ਕਿਸੇ ਕੋਲੇ ਵੀ, ਕਿਉਂਕਿ ਨੁਕਸਾਨ ਵੀ ਕਰ ਦਿੰਦੇ ਆ ਗੱਡੀਆਂ ਦੀਆਂ, ਪੇਡ ਡੈਮੇਜ ਕਰ ਦਿੰਦੇ ਆ, ਪਤਾ ਬਾਅਦ ਚ ਲੱਗਦਾ ਆਫਟਰ ਮਹੀਨਾ ਜਾਂ 6 ਮਹੀਨੇ ਬਾਅਦ। ਤੇ ਇਸ ਕਰਕੇ ਉਹ ਵੀ ਫਾਇਦਾ। ਤੇ ਬਹੁਤ ਵਧੀਆ ਲੱਗਿਆ ਸਰ, ਤੇ ਕੰਗ੍ਰੈਚੁਲੇਸ਼ਨਸ ਅਗੇਨ। ਤੇ ਉਮੀਦ ਹੈ ਕਿ ਸਾਰੇ ਜਾਣੇ ਤੁਸੀਂ ਫਾਇਦਾ ਦਿਓਗੇ ਇਸ ਚੀਜ਼ ਦਾ। ਤੇ ਜੇ ਕਿਸੇ ਦੀ ਕੋਈ ਇਨਕੁਆਇਰੀ ਜਾਂ ਡਿਟੇਲ ਹੋਊਗੀ ਤੇ ਚੱਲਦੇ ਸਕਰੀਨ ਨੰਬਰ ਤੇ ਕਾਲ ਕਰ ਲਿਓ ਐਨੀ ਟਾਈਮ, ਠੀਕ ਹੈ, ਕਿਤੇ ਵੀ ਤੁਸੀਂ ਹੈਗੇ ਹੋ। ਤੇ ਬਾਕੀ ਇਹਨਾਂ ਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ, ਜ਼ਿਆਦਾ ਡਿਸਕਾਊਂਟ ਵਗੈਰਾ ਚੱਲਦੇ ਉੱਥੇ ਵੀ ਰਹਿੰਦੇ ਨੇ। ਤੇ ਮਿਲਦੇ ਆ ਹੋਰ ਇਦਾਂ ਨਵੇਂ ਵਲੌਗ ਲੈ ਕੇ। ਤੁਸੀਂ ਮੈਨੂੰ ਵੀ ਫੋਲੋ ਕਰ ਸਕਦੇ ਹੋ @ਕਰਨ ਦੇ ਨਾਮ ਦੇ ਉੱਤੇ ਇਦਾਂ ਦੇ ਹੋਰ ਅਪਡੇਟਸ ਵਾਸਤੇ। ਤੇ ਇੰਸਟਾਗ੍ਰਾਮ ਸਨੈਪਚੈਟ ਤੇ ਡੇਲੀ ਅਪਡੇਟ ਲਈ ਫੋਲੋ ਕਰ ਲਿਓ @ਕਰਨ ਦੇ ਨਾਮ ਦੇ ਉੱਤੇ। ਤੇ ਮਿਲਦੇ ਆ ਹੁਣ ਲੇ ਟ੍ਰਿਪ ਤੇ ਸੀਰੀਜ਼ ਹੀ ਚੱਲ ਰਹੀ ਹੈ ਸਾਰੀ, ਅੱਗੇ ਕੰਟੀਨਿਊਸਲੀ ਵਲੌਗ ਹੋਰ ਵੀ ਚੱਲਣਗੇ। ਜਿਹੜੇ ਰੋਡ ਟ੍ਰਿਪਸ ਵਗੈਰਾ ਵੇਖਣਾ ਚਾਹੁੰਦੇ ਆ ਉਹ ਜ਼ਰੂਰ ਵਲੌਗ ਦੇਖਿਓ।